ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਗੁਰੂ ਪਿਆਰਿਓ, ਰਲ ਮਿਲ ਕੇ ਆਪਾਂ ਭਗਤ ਕਬੀਰ ਜੀ ਦੀ ਜੀਵਨ ਸਾਖੀ ਵਿੱਚੋਂ ਕੁਝ ਵਿਚਾਰਾਂ ਦੀ ਸਾਂਝ ਕਰੀਏ। ਭਗਤ ਕਬੀਰ ਜੀ ਨੇ ਗੁਰੂ ਧਾਰਨਾ ਕਰਨਾ ਦੱਸਦੇ ਹਨ ਕਿ ਗੁਰੂ ਧਾਰਨ ਕਰਨ ਦਾ ਉਸ ਸਮੇਂ ਜੋ ਰਿਵਾਜ ਸੀ, ਕਿਉਂਕਿ ਗੁਰੂ ਤੋਂ ਬਿਨਾਂ ਗਿਆਨ ਨਹੀਂ ਹੁੰਦਾ। ਗੁਰੂ ਦਾ ਜੋ ਅੱਖਰੀ ਅਰਥ ਹੈ ਹਨੇਰੇ ਵਿੱਚ ਰੋਸ਼ਨੀ ਬਖਸ਼ਣ ਵਾਲਾ। ਜਿਵੇਂ ਵਿਦਿਆ ਗੁਰੂ ਅੱਖਰ ਦੱਸਦਾ ਹੈ ਅਤੇ ਆਤਮਿਕ ਗੁਰੂ ਆਤਮਾ ਪਰਮਾਤਮਾ ਦਾ ਗਿਆਨ ਕਰਾਉਂਦਾ ਹੈ। ਗੁਰਬਾਣੀ ਵਿੱਚ ਗੁਰੂ ਦੀ ਬਹੁਤ ਹੀ ਮਹਾਨਤਾ ਦੱਸੀ ਜਾਂਦੀ ਹੈ। ਆਮ ਇੱਕ ਅਖੌਤ ਵੀ ਹੈ, ਕਹਾਵਤ ਵੀ ਹੈ ਕਿ ਗੁਰੂ ਬਿਨਾਂ ਗਤ ਨਹੀਂ। ਆਖਦੇ ਹਨ ਕਿ ਕਬੀਰ ਭਗਤ ਇੱਕ ਦਿਨ ਭਜਨ ਗਾਉਂਦਾ ਹੋਇਆ ਇੱਕ ਮਹਾਂਪੁਰਖ ਕੋਲ ਜਾ ਬਰਾਜਿਆ। ਉਸ ਨਾਲ ਕੁਝ ਬਚਨ ਬਲਾਸ ਹੋਏ। ਬਚਨ ਕਰਦਿਆਂ ਕਰਦਿਆਂ ਉਸ ਮਹਾਂਪੁਰਖ ਨੇ ਪੁੱਛਿਆ ਕਿ ਹੇ ਕਬੀਰ, ਤੁਹਾਡਾ ਗੁਰੂ ਕੌਣ ਹੈ? ਤਾਂ ਭਗਤ ਕਬੀਰ ਜੀ ਹੈਰਾਨ ਹੋ ਕੇ ਪੁੱਛਣ ਲੱਗੇ ਕਿ ਹੈ ਗੁਰੂ? ਕਹਿਣ ਲੱਗੇ, ਮਹਾਰਾਜ, ਮੈਂ ਅਜੇ ਤੱਕ ਗੁਰੂ ਤਾਂ ਨਹੀਂ ਕੋਈ ਮੰਨਿਆ, ਕੋਈ ਗੁਰੂ ਧਾਰਨਾ ਨਹੀਂ ਕੀਤੀ। ਮੈਂ ਤਾਂ ਸਿਰਫ ਰਾਮ ਦਾ ਭਜਨ ਹੀ ਕਰਦਾ ਹਾਂ, ਰਾਮ ਨਾਮ ਦਾ ਹੀ ਭਜਨ ਕਰਦਾ ਹਾਂ। ਸਾਧੂ ਸੰਤ ਫਕੀਰ ਮਹਾਂਪੁਰਖਾਂ ਦੇ ਦਰਸ਼ਨ ਕਰਕੇ ਉਹਨਾਂ ਕੋਲੋਂ ਗੁਣ ਪ੍ਰਾਪਤ ਕਰਦਾ ਹਾਂ। ਉਸ ਪਰਮੇਸ਼ਵਰ ਦੀ, ਉਸ ਰਾਮ ਦੀ ਵਡਿਆਈ ਸੁਣਦਾ ਹਾਂ, ਨਾਮ ਸੁਣਦਾ ਹਾਂ ਤੇ ਉਸੇ ਦਾ ਹੀ ਜਾਸ ਕਰਦਾ ਹਾਂ। ਭਗਤ ਕਬੀਰ ਜੀ ਨੇ ਜਦੋਂ ਇਸ ਤਰ੍ਹਾਂ ਕਰਕੇ ਉੱਤਰ ਦਿੱਤਾ, ਜੋ ਉਸ ਵੇਲੇ ਕਬੀਰ ਦੱਸਦੇ ਹਨ ਕਿ 23-24 ਸਾਲ ਦਾ ਜਵਾਨ ਸੀ, ਵਿਆਹਿਆ ਹੋਇਆ ਸੀ। ਆਪ ਦੀ ਧਰਮ ਪਤਨੀ ਦਾ ਨਾਮ ਲੋਈ ਸੀ, ਜਿਸ ਨੂੰ ਆਮ ਤੌਰ ਤੇ ਮਾਈ ਲੋਈ ਵੀ ਆਖਿਆ ਜਾਂਦਾ ਹੈ। ਅਨੇਕਾਂ ਚਮਤਕਾਰੇ ਲੋਕ ਦੇਖ ਚੁੱਕੇ ਸਨ, ਜੋ ਭਗਤ ਕਬੀਰ ਜੀ ਦਾ ਬੜਾ ਹੀ ਸਤਿਕਾਰ ਕਰਦੇ ਸਨ। ਤੇ ਲੋਈ ਜੀ ਵੀ ਖਿਆਲ ਕਰਨ ਲੱਗ ਪਏ ਕਿ ਉਸ ਦੇ ਪਤੀ ਕੁਝ ਬਹੁਤ ਸਿਆਣੇ ਹਨ। ਪਰ ਸੱਚ ਇਹ ਸੀ ਕਿ ਕਬੀਰ ਨੇ ਗੁਰੂ ਧਾਰਨ ਨਹੀਂ ਸੀ ਕੀਤਾ। ਸ਼ਾਇਦ ਉਸ ਨੂੰ ਕੋਈ ਚੰਗਾ ਗੁਰੂ, ਜੁੜਿਆ ਹੋਇਆ ਗੁਰੂ, ਜੋ ਪਰਮੇਸ਼ਵਰ ਨਾਲ ਜੋੜਨ ਵਾਲਾ ਗੁਰੂ ਅਜੇ ਤੱਕ ਲੱਭਾ ਨਹੀਂ ਸੀ, ਕਿਉਂਕਿ ਉਹ ਨੀਵੀਂ ਜਾਤ ਵਿੱਚ ਸੀ। ਉਸ ਵੇਲੇ ਜਾਤ ਪਾਤ ਦਾ ਬਹੁਤ ਹੀ ਖਿਆਲ ਰੱਖਦੇ ਸਨ। ਉੱਚੀ ਨੀਵੀਂ ਜਾਤ ਦਾ ਬਹੁਤ ਫਰਕ ਸੀ। ਜੋ ਗੁਰੂ ਕਹਾਉਂਦੇ ਸਨ ਉਹ ਉੱਚੀ ਜਾਤੀ ਦੇ ਸਨ, ਪੰਡਤ ਲੋਕ ਸਨ। ਤਾਂ ਉਸ ਮਹਾਂਪੁਰਖਾਂ ਨੇ ਕਿਹਾ ਕਿ ਹੇ ਭਾਈ ਕਬੀਰਾ, ਤੂੰ ਗੁਰੂ ਧਾਰਨ ਕਰ। ਗੁਰੂ ਤੋਂ ਬਿਨਾਂ ਗਤੀ ਨਹੀਂ ਹੁੰਦੀ, ਗੁਰੂ ਤੋਂ ਬਿਨਾਂ ਗਿਆਨ ਨਹੀਂ ਹੁੰਦਾ, ਗੁਰੂ ਤੋਂ ਬਿਨਾਂ ਉਸ ਰਾਮ ਦਾ ਰਸਤਾ ਨਹੀਂ ਮਿਲਦਾ। ਨਗੁਰਾ ਰਹਿਣਾ ਠੀਕ ਨਹੀਂ। ਇਹ ਆਖ ਕੇ ਉਸ ਮਹਾਂਪੁਰਖਾਂ ਨੇ, ਬਜ਼ੁਰਗਾਂ ਨੇ ਆਪਣਾ ਰਾਹ ਮੱਲ ਲਿਆ, ਆਪਣੇ ਰਾਹ ਪੈ ਗਏ। ਪਰ ਕਬੀਰ ਜੀ ਨੂੰ ਸੋਚਾਂ ਪੈ ਗਈਆਂ ਕਿ ਉਹ ਕਿਸ ਨੂੰ ਗੁਰੂ ਧਾਰਨ ਕਰੇ। ਗੁਰੂ ਵੀ ਤਾਂ ਕੋਈ ਚੰਗਾ ਹੋਣਾ ਚਾਹੀਦਾ ਹੈ, ਪਰਮਾਤਮਾ ਦਾ ਭਗਤ ਹੋਣਾ ਚਾਹੀਦਾ ਹੈ।
ਗੁਰੂ ਵੀ ਜੋ ਪ੍ਰਮਾਤਮਾ ਨਾਲ ਜੁੜਿਆ ਹੋਵੇ ਔਰ ਜੋ ਮੈਨੂੰ ਵੀ ਜੋੜ ਦੇਵੇ, ਲਾਲਚੀ ਪਖੰਡੀ ਨਾ ਹੋਵੇ, ਐਸਾ ਗੁਰੂ ਲੱਭਣਾ ਚਾਹੀਦਾ ਹੈ। ਸੋ ਭਗਤ ਕਬੀਰ ਜੀ ਜਦੋਂ ਆਪਣੇ ਘਰ ਵਿੱਚ ਗਏ, ਉਸ ਦਾ ਮਨ ਅੱਜ ਖੱਡੀ ਦੇ ਕੰਮ ਵਿੱਚ ਨਾ ਲੱਗਾ। ਕਿਰਤ ਕਰਦਾ ਹੋਇਆ ਮਨ ਹੀ ਮਨ ਵਿੱਚ ਗੁਰੂ ਦੀ ਭਾਲ ਕਰਨ ਲੱਗਾ। ਕੰਮ ਵੀ ਕਰਦਾ ਹੈ, ਪਰ ਮਨ ਉਸ ਦਾ ਦੂਰ ਤੱਕ ਜਾਂਦਾ ਹੈ ਕਿ ਕਿਸ ਨੂੰ ਗੁਰੂ ਧਾਰਿਆ ਜਾਵੇ। ਜੋ ਕਾਂਸੀ ਭਾਰਤ ਦਾ ਪ੍ਰਾਚੀਨ ਧਾਰਮਿਕ ਸ਼ਹਿਰ ਹੈ, ਵੈਦ ਕਾਲ ਤੋਂ ਇੱਥੇ ਧਰਮ ਪ੍ਰਚਾਰ ਹੁੰਦਾ ਰਿਹਾ। ਗੁਰੂ ਬਹੁਤ ਸਨ, ਪਰ ਸਭ ਤੋਂ ਵੱਧ ਭਗਤੀ ਭਾਵ ਦੇ ਚੇਲੇ ਰਾਮਾਨੰਦ ਜੀ ਦੇ ਸਨ। ਉਹ ਮੰਨੇ ਹੋਏ ਭਗਤੀ ਭਾਵ ਵਾਲੇ ਬਜ਼ੁਰਗ, ਭਗਤੀ ਭਾਵ ਦੇ ਜਾਣਨ ਵਾਲੇ ਤੇ ਬਹੁਤ ਹੀ ਨਿਮਰਤਾ ਤੇ ਦਿਆਲੂ ਸੁਭਾਅ ਦੇ ਸਨ। ਉਹਨਾਂ ਦੀ ਮਹਿਮਾ ਬਹੁਤ ਵੀ ਸੁਣੀ ਸੀ। ਰਾਮ ਦੇ ਭਗਤ ਕਬੀਰ ਜੀ ਨੇ ਮਨ ਹੀ ਮਨ ਵਿੱਚ ਫੈਸਲਾ ਕਰ ਲਿਆ ਕਿ ਉਹ ਰਾਮਾਨੰਦ ਜੀ ਨੂੰ ਆਪਣਾ ਗੁਰੂ ਧਾਰਨ ਕਰੇਗਾ। ਪਰ ਰਾਮਾਨੰਦ ਮੰਨੇਗਾ ਕਿ ਨਹੀਂ ਮੰਨੇਗਾ, ਇਹ ਕਿਵੇਂ ਜਾਣਿਆ ਜਾਵੇ? ਰਾਮਾਨੰਦ ਜੀ ਮੰਨਣਗੇ ਕਿਵੇਂ? ਇਹ ਸੋਚਾਂ ਮਨ ਵਿੱਚ ਚੱਲਣ ਲੱਗੀਆਂ। ਕਬੀਰ ਜੀ ਕਈ ਦਿਨ ਯਤਨ ਕਰਦੇ ਰਹੇ ਕਿ ਰਾਮਾਨੰਦ ਜੀ ਦੇ ਦਰਸ਼ਨ ਕਰਨ, ਰਾਮਾਨੰਦ ਜੀ ਦੇ ਸਨਮੁਖ ਹੋਣ, ਪਰ ਕੋਈ ਉਸ ਦਾ ਸਬੱਬ ਨਾ ਬਣਿਆ। ਉਹਨਾਂ ਨੂੰ ਕੋਈ ਨੇੜੇ ਨਾ ਜਾਣ ਦਿੰਦਾ, ਕਿਉਂਕਿ ਕਬੀਰ ਜੀ ਨੀਵੀਂ ਜਾਤੀ ਦੇ ਗਿਣੇ ਜਾਂਦੇ ਸਨ। ਇੱਕ ਦਿਨ ਉਸ ਨੇ ਇੱਕ ਅਨੋਖੀ ਹੀ ਵਿਉਂਤ ਸੋਚ ਲਈ, ਆਪਣਾ ਮਨ ਬਣਾ ਲਿਆ, ਜਿਸ ਨੂੰ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿੱਚ ਅੰਕਿਤ ਕੀਤਾ ਹੈ। ਭਗਤ ਕਬੀਰ ਜੀ ਨੇ ਸੋਚਿਆ ਕਿ ਰਾਮਾਨੰਦ ਜੀ ਇਸ਼ਨਾਨ ਕਰਨ ਵਾਸਤੇ ਗੰਗਾ ਦੇ ਮਣੀਕਰਨ ਘਾਟ ਉੱਤੇ ਜਾਇਆ ਕਰਦੇ ਸਨ। ਕਬੀਰ ਜੀ ਤੜਕੇ ਹੀ ਰਾਮਾਨੰਦ ਜੀ ਦੇ ਜਾਣ ਤੋਂ ਪਹਿਲਾਂ ਕਬੀਰ ਜੀ ਉੱਠੇ, ਉਸ ਘਾਟ ਦੇ ਪੌੜ ਉੱਤੇ ਜਾ ਕੇ ਲੰਮੇ ਪੈ ਗਏ। ਕਬੀਰ ਜੀ ਘਾਟ ਦੇ ਪੌੜ ਉੱਤੇ ਲੇਟੇ ਹੋਏ ਉਡੀਕ ਕਰਨ ਲੱਗੇ। ਉਹਨਾਂ ਨੇ ਪੈਰਾਂ ਦੀ ਖੜਾਕ ਸੁਣੀ ਤਾਂ ਹੁਸ਼ਿਆਰ ਹੋ ਗਏ। ਜਿਉਂ ਹੀ ਰਾਮਾਨੰਦ ਜੀ ਨੇ ਪੈਰ ਰੱਖਿਆ, ਕਬੀਰ ਦੇ ਨੇੜੇ ਪਹੁੰਚ ਕੇ ਆਪਣਾ ਪੈਰ ਰੱਖਿਆ ਤਾਂ ਪੈਰ ਕਬੀਰ ਜੀ ਦੇ ਸਰੀਰ ਨੂੰ ਜਾ ਲੱਗਾ। ਤਾਂ ਉਹਨਾਂ ਨੇ ਰਾਮਾਨੰਦ ਜੀ ਦੇ ਚਰਨ ਦੀ ਛੋਹ ਪ੍ਰਾਪਤ ਕਰ ਲਈ। ਕਬੀਰ ਜੀ ਅਜੇ ਕੁਝ ਬੋਲੇ ਨਹੀਂ ਸਨ ਕਿ ਭਗਤ ਰਾਮਾਨੰਦ ਜੀ ਨੇ ਬਚਨ ਕਰ ਦਿੱਤਾ ਕਿ ਉੱਠੋ ਭਾਈ, ਰਾਮ ਕਹੋ ਰਾਮ ਪਿਆਰੇ, ਉੱਠੋ ਭਾਈ ਰਾਮ ਕਹੋ। ਇਹ ਸੌਣ ਦਾ ਵੇਲਾ ਨਹੀਂ ਹੈ, ਐਸ ਵੇਲੇ ਸੌਣਾ ਠੀਕ ਨਹੀਂ ਹੈ। ਰਾਮ ਕਹੋ ਭਾਈ ਰਾਮ ਕਹੋ। ਰਾਮ ਰਾਮ ਕਰਦੇ ਹੋਏ ਭਗਤ ਕਬੀਰ ਜੀ ਉੱਠ ਖਲੋਤੇ ਤੇ ਰਾਹ ਵਿੱਚੋਂ ਪਾਸੇ ਹੋ ਗਏ। ਰਾਮਾਨੰਦ ਜੀ ਗੰਗਾ ਇਸ਼ਨਾਨ ਕਰਨ ਵਾਸਤੇ ਅੱਗੇ ਵਧ ਗਏ। ਗੰਗਾ ਤੇ ਇਸ਼ਨਾਨ ਕਰਨ ਲੱਗੇ। ਭਗਤ ਕਬੀਰ ਜੀ ਇੱਕ ਪੈਰ ਖਲੋਤੇ ਹੋਏ ਰਾਮ ਰਾਮ ਦਾ ਜਾਪ ਕਰਦੇ ਰਹੇ। ਰਾਮਾਨੰਦ ਜੀ ਜਦ ਗੰਗਾ ਇਸ਼ਨਾਨ ਕਰਕੇ ਵਾਪਸ ਮੁੜੇ ਤਾਂ ਕਬੀਰ ਜੀ ਨੇ ਮੁੜ ਰਾਮਾਨੰਦ ਨੂੰ ਨਮਸਕਾਰ ਕੀਤੀ ਔਰ ਆਪਣੇ ਘਰ ਨੂੰ ਵਾਪਸ ਆ ਗਏ। ਉਸੇ ਦਿਨ ਤੋਂ ਹੀ ਭਗਤ ਕਬੀਰ ਜੀ ਆਪਣਾ ਗੁਰੂ ਰਾਮਾਨੰਦ ਜੀ ਨੂੰ ਹੀ ਦੱਸਣ ਲੱਗੇ। ਆਪਣਾ ਗੁਰੂ ਉਸ ਨੂੰ ਮੰਨ ਲਿਆ। ਉਸ ਸਮੇਂ ਉਹ ਸਮੇਂ ਇਹੋ ਜਿਹੇ ਸਨ ਕਿ ਧਰਮ ਦੇ ਨਾਂ ਉੱਤੇ ਪਖੰਡ ਦਾ ਬਹੁਤ ਜ਼ੋਰ ਸੀ।
ਮੁਸਲਮਾਨ ਕਾਜੀ ਤੇ ਬ੍ਰਾਹਮਣ ਇਹ ਲੋਕ ਦੋਵੇਂ ਹੀ ਧਰਮ ਦੀ ਆੜ ਵਿੱਚ ਲੋਕਾਂ ਨਾਲ ਠੱਗੀਆਂ ਕਰਦੇ ਸਨ। ਉਹਨਾਂ ਨੂੰ ਭਰਮ ਭੁਲੇਖਿਆਂ ਵਿੱਚੋਂ ਕੱਢਣ ਦੀ ਬਜਾਏ ਉਹਨਾਂ ਨੂੰ ਭਰਮਾਂ ਵਹਿਮਾਂ ਵਿੱਚ ਪਾ ਕੇ ਉਹਨਾਂ ਤੋਂ ਆਪਣੀ ਰੋਜੀ ਰੋਟੀ ਚਲਾਉਂਦੇ ਸਨ। ਉਹਨਾਂ ਨਾਲ ਕਬੀਰ ਜੀ ਦੀ ਸੱਤ ਉੱਤੇ ਚਰਚਾ ਵੀ ਹੋ ਜਾਂਦੀ। ਕਬੀਰ ਜੀ ਚਰਚਾ ਵਿੱਚ ਸਭ ਨੂੰ ਨੀਵਾਂ ਕਰ ਦਿਖਾਉਂਦੇ ਸਨ, ਕਿਉਂਕਿ ਸੱਚ ਬਹੁਤ ਉੱਚਾ ਹੈ। ਔਰ ਕਿਰਤ ਵਿਰਤ ਵੀ ਕਰਦੇ ਸਨ। ਹੌਲੀ ਹੌਲੀ ਕਬੀਰ ਜੀ ਭਗਤੀ ਵੱਲ ਵਧੇ। ਉਹਨਾਂ ਨੇ ਭਗਵਾਂ ਭੇਸ ਧਾਰਨ ਕਰ ਲਿਆ ਤਾਂ ਬੜੀ ਚਰਚਾ ਹੋਈ। ਜਾਤ ਅਭਿਮਾਨੀਆਂ ਨੇ ਕਬੀਰ ਜੀ ਤੋਂ ਪੁੱਛਿਆ ਕਿ ਤੇਰਾ ਗੁਰੂ ਕੌਣ ਹੈ। ਗੁਰੂ ਬਾਰੇ ਜਦੋਂ ਪੁੱਛ ਕੀਤੀ ਤਾਂ ਉਹਨਾਂ ਨੇ ਦਲੇਰੀ ਨਾਲ ਅੱਗੋਂ ਜਵਾਬ ਦਿੱਤਾ ਕਿ ਮੇਰੇ ਗੁਰੂ ਰਾਮਾਨੰਦ ਜੀ ਹਨ। ਇਸ ਤਰ੍ਹਾਂ ਸਾਰੀ ਕਾਂਸ਼ੀ ਵਿੱਚ ਕਬੀਰ ਜੀ ਤੇ ਰਾਮਾਨੰਦ ਜੀ ਦੇ ਚੇਲਾ ਹੋਣ ਬਾਰੇ ਰੌਲਾ ਪੈ ਗਿਆ। ਕੋਈ ਰਾਮਾਨੰਦ ਜੀ ਨੂੰ ਪੁੱਛਣ ਲੱਗੇ ਕਿ ਕਬੀਰ ਜੁਲਾਹਾ ਤੁਸਾਂ ਦਾ ਚੇਲਾ ਕਿਵੇਂ ਹੋਇਆ ਹੈ। ਰਾਮਾਨੰਦ ਜੀ ਸੁਣ ਕੇ ਚੁੱਪ ਕਰ ਜਾਂਦੇ ਸਨ ਕਿ ਕਬੀਰ ਸਾਹਿਬ ਨੂੰ ਤਾਂ ਕਦੇ ਮਿਲੇ ਨਹੀਂ, ਪਰ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਸਾਡਾ ਗੁਰੂ ਜੋ ਰਾਮਾਨੰਦ ਜੀ ਹੈ। ਸੋ ਇਸ ਤਰ੍ਹਾਂ ਕਰਕੇ ਭਗਤ ਕਬੀਰ ਜੀ ਨੇ ਰਾਮਾਨੰਦ ਜੀ ਨੂੰ ਆਪਣਾ ਗੁਰੂ ਧਾਰਿਆ। ਜੋ ਇਸ ਤੋਂ ਅੱਗੇ ਰਾਮਾਨੰਦ ਜੀ ਕੋਲ ਕਬੀਰ ਜੀ ਦੀ ਪੇਸ਼ੀ ਹੋਣ ਬਾਰੇ ਆਪਾਂ ਅਗਲੇ ਸਮੇਂ ਦੇ ਵਿੱਚ ਵਿਚਾਰ ਕਰਾਂਗੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਨੂੰ ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।